ਕਿ ਤੁਹਾਡਾ ਪਰਿਵਾਰ ਪੂਰੇ 17 ਸੈਕਟਰ 'ਚ ਅਟਰੈक्टिव ਲੱਗ ਰਿਹਾ ਸੀ ਕਿ ਦੇਖੋ ਕਿੰਨਾ ਸੋਹਣਾ फैमिली है, हंसती हुई आ रही है। आज की जनरेशन, आप लोग की जनरेशन की पूरी दुनिया लैपटॉप है। आप लोगों का काम, आप लोग का मनोरंजन, आपका दोस्तों से बातें करना, सारा कुछ वहीं तक सीमित है। जब बच्चे आन साढ़े को ਅਸੀਂ ਉਹਨਾਂ ਨੂੰ ਬਹੁਤ ਇੰਜੋਏ ਕਰਾਈਏ ਔਰ ਖੁਸ਼ ਰਹੀਏ ਔਰ ਖੁਸ਼ਨੁਮਾ ਮਾਹੌਲ ਰਹੇ ਕਿ ਅੱਗੇ ਜਾ ਕੇ ਫਿਰ ਵੀ ਸਰਵਾਈਵ ਕਰਨਾ ਆਪਦੇ ਜੌਬਸ ਵਿੱਚ। ਚਲੋ ਦੋਸਤ ਹੁੰਦੇ ਆ ਹਨਾ ਤਾਂ ਮੰਮੀ ਸਮਝ ਜਾਣਗੇ ਤਾਂ ਇਸ ਕਰਕੇ ਪਾਪਾ ਦਾ ਨਾਮ ਲੈ ਲੈਂਦੀ ਆ। ਕੈਨੇਡਾ ਦਾ ਨਾਮ ਲਿੱਤਾ, ਸਾਡੇ ਪੰਜਾਬੀਆਂ ਨੂੰ ਖਾਸ ਤੌਰ ਤੇ ਕੈਨੇਡਾ ਦੀ ਇੰਨੀ ਕੀ ਖਿੱਚ ਹੈ? ਬਸ ਜੇ ਵੇਖੋ ਵੇਖੀ ਜਾਈ ਜਾਂਦੇ ਕੈਨੇਡਾ। ਜਿਹੜਾ ਖੁਸ਼ੀ ਹੁੰਦੀ ਹੈ, ਪੀਸ ਹੁੰਦੀ ਹੈ, ਉਹ ਕਿੰਨੀ ਕੁ ਜ਼ਰੂਰੀ ਹੈ ਲਾਈਫ ਦੇ ਵਿੱਚ? जरूरी है जी, वो तो बिना है कि अगर आप मुस्कुराना चाहते हैं तो आपको दुनिया की जो बोलचाल की कला है उसमें से मुस्कुराहट के पल चुराने पड़ेंगे। अगर आम की तरह मीठा होना है तो आपको पहले तपना पड़ेगा, थोड़ा सा धूप के साथ संसर्ग करना पड़ेगा। गीता ग्रंथ है बुद्धि दा, जिन्हों बुद्धि जिदी है वो पढ़े तो उन्होंने समझ के जीवन के प्रत्येक पक्ष ਨੂੰ अच्छी तरह जी सकता है। तो क्षमा करने की कला जब आप विकसित कर लोगे तो आप प्रसन्न रहना, ਆਟੋਮੈਟਿਕਲੀ ਆਪ ਪ੍ਰਸੰਨ ਰਹੋਗੇ। ਸਤਿ ਸ਼੍ਰੀ ਅਕਾਲ ਜੀ, ਨਮਸਕਾਰ। ਤੁਸੀਂ ਦੇਖ ਰਹੇ ਹੋ ਸਾਂਝਾ ਟੀਵੀ। ਮੈਂ ਆਕਾਂਕਸ਼ਾ ਸੋਢੀ। ਪ੍ਰੋਗਰਾਮ ਹੈ ਦੋ ਗੱਲਾਂ ਕਰੀਏ ਪ੍ਰੋਗਰਾਮ ਦੇ ਵਿੱਚ ਮੈਨੂੰ ਬੜਾ ਹੀ ਮਜ਼ਾ ਆਉਂਦਾ ਹੈ ਕਿਉਂਕਿ ਇਹਦੇ ਵਿੱਚ ਮੈਨੂੰ ਵੱਖੋ ਵੱਖਰੇ ਲੋਕਾਂ ਨਾਲ ਮਿਲਣ ਦਾ ਮੌਕਾ ਮਿਲਦਾ ਹੈ ਔਰ ਉਹਨਾਂ ਤੋਂ ਇਹ ਜਾਣਨ ਦਾ ਮੌਕਾ ਮਿਲਦਾ ਹੈ ਕਿ ਉਹ ਦੁਨੀਆ ਬਾਰੇ ਕੀ ਸੋਚਦੇ ਨੇ, ਉਹ ਰਿਸ਼ਤਿਆਂ ਬਾਰੇ ਕੀ ਸੋਚਦੇ ਨੇ। ਚਾਹੇ ਗੱਲ ਹੋਵੇ ਪਿਆਰ ਦੀ, ਚਾਹੇ ਗੱਲ ਹੋਵੇ ਰਿਸ਼ਤਿਆਂ ਦੀ, ਚਾਹੇ ਗੱਲ ਹੋਵੇ ਵੈਲੈਂਟਾਈਨਸ ਡੇ ਦੀ, ਚਾਹੇ ਗੱਲ ਹੋਵੇ ਸਾਡੀ ਮਿਊਜ਼ਿਕ ਇੰਡਸਟਰੀ ਦੀ। ਮੈਨੂੰ ਹਰ ਤਰ੍ਹਾਂ ਦੇ ਲੋਕ ਮਿਲਦੇ ਨੇ ਔਰ ਉਹਨਾਂ ਤੋਂ ਮੈਨੂੰ ਜਾਣਨ ਦਾ ਮੌਕਾ ਮਿਲਦਾ ਹੈ ਇਹਨਾਂ ਸਾਰਿਆਂ ਟੌਪਿਕਸ ਦੇ ਬਾਰੇ। ਸੋ ਅੱਜ ਦਾ ਟੌਪਿਕ ਲੈ ਕੇ, ਅੱਜ ਦਾ ਐਪੀਸੋਡ ਲੈ ਕੇ ਮੈਂ ਤੁਹਾਡੇ ਅੱਗੇ ਹਾਜ਼ਰ ਹਾਂ। ਪਹੁੰਚੇ ਹੋਏ ਹਾਂ ਚੰਡੀਗੜ੍ਹ। ਸੋ ਅੱਜ ਦਾ ਟੌਪਿਕ ਹੈ ਜੀ, ਟੌਪਿਕ ਹੈ ਕਿ ਅੱਜ ਕੱਲ੍ਹ ਬੱਚਿਆਂ ਨੂੰ ਬਹੁਤ ਜਲਦੀ ਡਿਪਰੈਸ਼ਨ ਹੋ ਰਿਹਾ, ਲੋਕ ਬਹੁਤ ਜਲਦੀ ਇਰੀਟੇਟ ਹੋ ਰਹੇ ਨੇ। ਸੋ ਅੱਜ ਕੱਲ੍ਹ ਦੇ ਮਾਹੌਲ ਦੇ ਵਿੱਚ ਹੱਸਣਾ ਕਿੰਨਾ ਕੁ ਜ਼ਰੂਰੀ ਹੈ ਔਰ ਹੱਸਣਾ ਕਿਉਂ ਜ਼ਰੂਰੀ ਹੈ ਔਰ ਹੱਸਣ ਲਈ ਜਾਂ ਖੁਸ਼ ਰਹਿਣ ਲਈ ਕੀ ਐਫਰਟਸ ਕੀਤੇ ਜਾਣ। ਔਰ ਅੱਜ ਕੱਲ੍ਹ ਦੇ ਡਿਪਰੈਸਿੰਗ ਦੌਰ ਦੇ ਵਿੱਚ ਜਦੋਂ ਸਾਰਾ ਕੁਝ ਕੰਪਿਊਟਰਾਈਜ਼ਡ ਹੋ ਚੁੱਕਿਆ ਹੈ, ਡਿਜੀਟਲ ਹੋ ਚੁੱਕਿਆ ਹੈ, ਲੋਕ ਬੱਚੇ ਖਾਸ ਤੌਰ 'ਤੇ ਜਿਹੜੇ ਸਾਡੇ ਤੋਂ ਅੱਗੇ ਗਾਹਾਂ ਬੱਚੇ ਆਏ ਨੇ ਉਹ ਆਊਟਡੋਰ ਗੇਮਸ ਭੁੱਲਦੇ ਜਾ ਰਹੇ ਨੇ। ਇਸ ਤਰ੍ਹਾਂ ਦੇ ਮਾਹੌਲ ਦੇ ਵਿੱਚ ਕਿੱਦਾਂ ਆਪਣੇ ਆਪ ਨੂੰ ਖੁਸ਼ ਰੱਖੀਏ, ਪਰਿਵਾਰ ਦੇ ਨਾਲ ਜੋੜ ਕੇ ਰੱਖੀਏ। ਸੋ ਆਓ ਕਰਦੇ ਹਾਂ ਲੋਕਾਂ ਨਾਲ ਗੱਲਾਂ ਬਾਤਾਂ ਔਰ ਜਾਣਾਂਗੇ ਆਮ ਜਨਤਾ ਤੋਂ, ਬਜ਼ੁਰਗਾਂ ਤੋਂ, ਬੱਚਿਆਂ ਤੋਂ ਕਿ ਉਹ ਕੀ ਸੋਚਦੇ ਨੇ ਕਿ ਲਾਈਫ ਦੇ ਵਿੱਚ ਹੱਸਣਾ ਕਿੰਨਾ ਕੁ ਜ਼ਰੂਰੀ ਹੈ। ਇੱਕ ਬਹੁਤ ਸੋਹਣਾ ਕਪਲ ਸਾਡੇ ਨਾਲ ਜੁੜ ਗਿਆ ਔਰ ਇਹ ਜਦੋਂ ਮੈਂ ਅੱਜ ਦਾ ਜਿਹੜਾ ਟੌਪਿਕ ਹੈ ਕਿ ਹੱਸਣਾ ਕਿੰਨਾ ਕੁ ਜ਼ਰੂਰੀ ਹੈ, ਇਹ ਜਦੋਂ ਆ ਰਹੇ ਸੀ ਇਹਨਾਂ ਦਾ ਪੂਰਾ ਪਰਿਵਾਰ, ਇਹਨਾਂ ਦੇ ਦੋ ਬੇਟੇ ਵੀ ਸੀ ਨਾਲ ਜੋ ਕਿ ਕੈਮਰਾ ਦੇਖ ਕੇ ਭੱਜ ਗਏ ਤੇ ਬਹੁਤ ਖਿਲਖਿਲਾ ਕੇ ਹੱਸ ਰਹੇ ਸੀ, ਬਹੁਤ ਖਿੜਖਿੜਾ ਕੇ ਹੱਸ ਰਹੇ ਸੀ। ਸੋ ਕੀ ਨਾਮ ਹੈ ਸਰ ਤੁਹਾਡਾ? ਅਸ਼ੋਕ ਕੁਮਾਰ ਬਜਾਜ। पूनम बजाज। ਤੇ ਪਹਿਲਾਂ ਤਾਂ ਮੈਨੂੰ ਇਹ ਦੱਸੋ ਕਿ ਜਦੋਂ ਤੁਸੀਂ ਆ ਰਹੇ ਸੀ ਤੁਸੀਂ ਬਹੁਤ ਜ਼ਿਆਦਾ ਹੱਸ ਰਹੇ ਸੀ, ਬਹੁਤ ਸੋਹਣੀ ਗੱਲ ਹੈ ਕਿ ਤੁਹਾਡਾ ਪਰਿਵਾਰ ਪੂਰੇ 17 ਸੈਕਟਰ 'ਚ ਅਟਰੈक्टिव ਲੱਗ ਰਿਹਾ ਸੀ ਕਿ ਦੇਖੋ ਕਿੰਨਾ ਸੋਹਣਾ ਫੈਮਿਲੀ ਹੈ, ਹੱਸਦੀ ਹੋਈ ਆ ਰਹੀ ਹੈ। ਸੋ ਕੀ ਵਜ੍ਹਾ ਸੀ? ਪਹਿਲਾਂ ਤਾਂ ਮੈਂ ਇਹ ਜਾਣੂ ਕਿ ਕਿਹੜਾ ਐਸਾ ਜੋਕ ਸੀ, ਕਿਹੜੀ ਗੱਲਬਾਤ ਸੀ ਜਿੱਤੇ ਤੁਹਾਨੂੰ ਇੰਨਾ ਹੱਸੀ ਆ ਰਹੀ ਸੀ, ਜੇ ਤੁਸੀਂ ਸਾਂਝੀ ਕਰਨਾ ਚਾਹੋ। आपको सच्चाई बताएं तो कल हम जयपुर जा रहे बेटे के लिए लड़की देखने और उसमें मार के धन्यवाद। और हंसना इसलिए ज़रूरी है कि आप आज का समय पता है कि सब अवसादों से घिरा हुआ है, लोग परेशान हैं, तो ज़िंदगी में हंसने के लिए, आपको रिलैक्स होने के लिए तो ज़रूरी है हंसना। ਅੱਛਾ, ਵੈਸੇ ਫਿਲਹਾਲ ਸਰ ਅੱਜ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਸਾਡੀ ਜਨਰੇਸ਼ਨ ਹੈ ਜਾਂ ਜਿਵੇਂ ਜਿਸ ਜਨਰੇਸ਼ਨ ਦੇ ਤੁਹਾਡੇ ਬੱਚੇ, ਅਸੀਂ ਸਾਰੇ ਇੱਕੋ ਹੀ ਜਨਰੇਸ਼ਨ ਦੇ ਆ। ਜਿਹੜੀ ਸਾਡੀ ਜਨਰੇਸ਼ਨ ਹੈ, ਮੈਂ ਪਰਸਨਲੀ ਦੇਖਿਆ ਹੈ ਕਿ ਅਸੀਂ ਬਹੁਤ ਜ਼ਿਆਦਾ ਫਰਸਟ੍ਰੇਟਡ ਆ, ਬਹੁਤ ਜਲਦੀ ਇਰੀਟੇਟ ਹੋ ਜਾਂਦੇ ਆ ਕੰਮ ਨੂੰ ਲੈ ਕੇ। ਬਹੁਤ ਜਗ੍ਹਾ 'ਤੇ ਕਈ ਵਾਰੀ ਇਹੋ ਜਿਹੀ ਚੀਜ਼ ਵੀ ਹੁੰਦੀ ਹੈ ਕਿ ਸਾਡਾ ਕੰਮ 'ਤੇ ਵੀ, ਇੱਕ ਜੌਬ 'ਤੇ ਵੀ ਵੱਧ ਤੋਂ ਵੱਧ ਸਾਲ 2 ਸਾਲ ਹੀ ਮਨ ਲੱਗਦਾ, ਉਸ ਤੋਂ ਬਾਅਦ ਸਾਨੂੰ ਜੌਬ ਵੀ ਚੇਂਜ ਕਰਨ ਦਿਲ ਕਰਦਾ। टाइम क्या है, आज की जनरेशन, आप लोग की जनरेशन की पूरी दुनिया लैपटॉप है। आप लोगों का काम, आप लोगों का मनोरंजन, आपका दोस्तों से बातें करना, सारा कुछ वहीं तक सीमित है। ठीक है ना? तो जब एक ही चीज़ आपको लंबे टाइम तक रहेगी तो नेचुरल अवसाद होगा और डिप्रेशन होगा, सब होगा। हमारे टाइम पे था खेलना करना, गुल्ली डंडा खेलना, खो खो खेलना, तो जो शारीरिक जो व्यायाम होता था उससे दिमाग रिलैक्स होता था और आजकल नहीं है, तो इसीलिए अवसादों में घिरे हैं बच्चे, आज के परेशान हैं। ਸਰ ਇਸ ਸੇਮ ਚੀਜ਼ 'ਤੇ ਤੁਹਾਡਾ ਕੀ ਪੁਆਇੰਟ ਆਫ ਵਿਊ ਹੈ? ਜੀ ਮੇਰਾ ਵੀ ਇਹ ਹੈ ਕਿ ਬੱਚਿਆਂ ਨਾਲ ਤੁਸੀਂ ਫੈਮਿਲੀ ਨਾਲ ਇੱਕ ਟੂਰ ਕਰਿਆ ਕਰੋ, ਕਮ ਸੇ ਕਮ ਵੀਕਐਂਡ 'ਤੇ ਜ਼ਰੂਰ ਜਾਓ ਕਿਉਂਕਿ ਬੱਚਿਆਂ ਵਾਸਤੇ ਜੋ ਅੱਜ ਜੋ ਜੌਬਸ ਜਿਸ ਤਰ੍ਹਾਂ ਦੀਆਂ ਉਹਨਾਂ ਨੂੰ ਜੌਬਸ ਮਿਲੀਆਂ ਹੋਈਆਂ ਨੇ ਔਰ ਉਹ ਬੱਚੇ ਅੱਜ ਘਰ ਬੈਠ ਕੇ ਵੈਸੇ ਹੀ ਉਬ ਜਾਂਦੇ ਨੇ ਔਰ ਉਸ ਕਰਕੇ ਅਸੀਂ ਵੀ, ਸਾਡੀ ਕੋਸ਼ਿਸ਼ ਰਹਿੰਦੀ ਹੈ ਜਦ ਬੱਚੇ ਆਣ ਸਾਡੇ ਕੋਲ ਅਸੀਂ ਉਹਨਾਂ ਨੂੰ ਬਹੁਤ ਇੰਜੋਏ ਕਰਾਈਏ ਔਰ ਖੁਸ਼ ਰਹੀਏ ਔਰ ਖੁਸ਼ਨੁਮਾ ਮਾਹੌਲ ਰਹੇ ਕਿ ਅੱਗੇ ਜਾ ਕੇ ਫਿਰ ਵੀ ਸਰਵਾਈਵ ਕਰਨਾ ਆਪਦੇ ਜੌਬਸ ਵਿੱਚ। ਕਿਉਂਕਿ ਇਹ ਚੀਜ਼ਾਂ ਬਹੁਤ ਪਹਿਲਾਂ ਜੁਆਇੰਟ ਫੈਮਿਲੀ ਸੀ, ਹੁਣ ਨਿਊਕਲੀਅਰ ਫੈਮਿਲੀ ਹੋ ਗਈ ਔਰ ਜਦੋਂ ਨਿਊਕਲੀਅਰ ਫੈਮਿਲੀਜ਼ ਦੇ ਵਿੱਚ ਇਹ ਚੀਜ਼ਾਂ ਜਦੋਂ ਬੱਚੇ ਅਲੱਗ-ਅਲੱਗ ਰਹਿੰਦੇ ਨੇ, ਇਕੱਲੇ ਰਹਿੰਦੇ ਨੇ ਤਾਂ ਬਹੁਤ ਚੀਜ਼ਾਂ ਮਿਸ ਕਰਦੇ ਨੇ।
ਤੋ ਇਸ ਕਰਕੇ ਆਉਣ ਵਾਲਾ ਟਾਈਮ ਵੀ ਮੈਂ ਚਾਹ ਰਿਹਾ ਕਿ ਜੁਆਇੰਟ ਫੈਮਿਲੀਜ਼ ਦਾ ਆਵੇ ਜਿਹਦੇ ਵਾਸਤੇ ਬੱਚੇ ਜਿਹੜੇ ਨੇ ਨਾ ਇਹਨਾਂ ਚੀਜ਼ਾਂ ਤੋਂ ਦੂਰ ਹੋ ਜਾਣ, ਜਿਹੜੀ ਜੋ ਚੀਜ਼ਾਂ ਇਹ ਪ੍ਰੋਬਲਮ ਤੋਂ ਫੇਸ ਕਰ ਰਹੇ ਨੇ। ਕਿਉਂਕਿ ਜੁਆਇੰਟ ਫੈਮਿਲੀਜ਼ ਪਲੱਸ ਤੁਸੀਂ ਆਪਣਾ ਜਿਹੜਾ ਹੈ ਨਾ ਮਨੋਰੰਜਨ, ਉਹ ਹੱਸਣਾ ਖੇਲਣਾ, ਘਰ ਦੇ ਵਿੱਚ ਮਾਹੌਲ ਜਿੰਨਾ ਕੂਲ ਰਹੇਗਾ, ਜਿੰਨਾ ਹਾਸੇ ਮਜ਼ਾਕ ਵਾਲਾ ਰਹੇਗਾ, ਉਨੇ ਬੱਚਿਆਂ ਦੇ ਵਿੱਚ ਪ੍ਰੋਬਲਮਸ ਜਾਂ ਉਹਨਾਂ ਨੂੰ ਫਿਜ਼ੀਕਲ ਜਾਂ ਮੈਂਟਲ ਉਹ ਸਟ੍ਰੈਸ ਘੱਟ ਰਹੇਗਾ। ਅੱਛਾ ਮੈਮ, ਆਖਰੀ ਸਵਾਲ ਤੁਹਾਡੇ ਤੋਂ ਇਹ ਹੋਏਗਾ, ਤੁਹਾਡਾ ਬਹੁਤਾ ਸਮਾਂ ਨਾ ਲੈਂਦੇ ਹੋਏ, ਤੁਸੀਂ ਆਪਣੇ ਬੇਟੇ ਲਈ ਤੁਸੀਂ ਦੱਸਿਆ ਕਿ ਕੱਲ ਲੜਕੀ ਦੇਖਣ ਜਾ ਰਹੇ ਹੋ, ਵਿਆਹ ਦੀ ਤਿਆਰੀਆਂ ਤੁਸੀਂ ਕਰ ਰਹੇ ਹੋ। ਤੁਹਾਡੇ ਖੁਦ ਦੇ ਵਿਆਹ ਨੂੰ ਕਿੰਨੇ ਸਾਲ ਹੋਏ, ਪਹਿਲਾਂ ਤਾਂ ਮੈਨੂੰ ਇਹ ਦੱਸੋ। 30 साल होने वाले हैं। ਤੇ 30 ਸਾਲ ਹੋ ਗਏ, ਔਰ ਰਿਸ਼ਤਿਆਂ ਦੀ ਗੱਲ ਅਗਰ ਕਰੀਏ, ਅੱਜ ਕੱਲ ਰਿਸ਼ਤੇ ਬਹੁਤੇ ਰਿਸ਼ਤਿਆਂ 'ਚ ਵੀ ਲੋਕਾਂ ਦਾ ਬੱਚਿਆਂ ਦਾ ਭਰੋਸਾ ਨਹੀਂ ਰਿਹਾ, ਸ਼ਾਦੀ 'ਚ ਤਾਂ ਵਿਆਹ 'ਚ ਤਾਂ ਕਰੀਅਰ ਓਰੀਐਂਟਡ ਹੋ ਗਏ ਨੇ ਸਾਰੇ। ਸੋ ਬੀਇੰਗ ਅ ਮਦਰ, ਆਪਣੇ ਬੇਟੇ ਨੂੰ ਤੁਸੀਂ ਅਗਰ ਇੱਕ ਐਡਵਾਈਸ ਦੇਣੀ ਹੋਵੇ, ਜੋ ਆਡੀਅנס ਇਹ ਦੇਖ ਰਹੀ ਹੈ ਸਾਰੇ ਦੇ ਬੱਚਿਆਂ ਨੂੰ, ਅਗਰ ਰਿਸ਼ਤਿਆਂ ਨੂੰ ਲੈ ਕੇ ਕੋਈ ਐਡਵਾਈਸ ਦੇਣੀ ਹੋਵੇ ਤਾਂ ਕੀ ਉਹ ਐਡਵਾਈਸ ਹੋਗੀ ਕਿ ਆਪਣੀ ਪਾर्टनर ਲਈ? कि बेटे के बाद लगभग 1.5 साल से चल रही थी। आजकल माध्यम तो आपको पता, जीवनसाथी.com ये सब है। जिस भी लड़की से बात चलती थी, पहले बेटे का क्वेश्चन होता था कि मेरे पेरेंट्स मेरे साथ रहेंगे, कि आगे उस लड़की का क्या जवाब देती है। तो मेरे ख्याल से 70% लड़कियां चुप हो गई, मतलब दो चार बात की कि रिस्पॉन्स नहीं रखना। पर जिस लड़की से बात चल रही है उसने बहुत खुशी दिखाई, और हमसे बात उसकी होती रहती है। पिछले 8 महीने से उससे बात हो रही थी कि नहीं, पेरेंट्स साथ रहेंगे, मम्मी पापा साथ रहेंगे। तो इस मामले में आपको खुशकिस्मत समझ रहे हैं कि लड़की की फैमिली बहुत अच्छी मिली हमको, और इसीलिए हम लोग खुश हैं। अभी बेटे, छोटा बेटा अभी पुणे में जॉब करता है, वो कल आया है, उसके लिए शॉपिंग करने आए हैं। ठीक है, तो बस यही है कि जॉइंट फैमिली अच्छी है और मेहनत करनी पड़ती है। ਸ਼ੁਕਰੀਆ ਸਰ, ਸ਼ੁਕਰੀਆ ਮੈਮ। ओके, थैंक यू। ਸੋ ਬਹੁਤ ਪਿਆਰੀ ਜੀ ਇੱਕ ਕੁੜੀ ਸਾਡੇ ਨਾਲ ਜੁੜ ਗਈ ਹੈ। ਤੁਹਾਡਾ ਨਾਮ ਕੀ ਹੈ? ਹਰਜੀ। ਹਰਜੀ। ਹਰਜੀ ਇਸ ਯੂਨੀਕ ਨੇਮ ਹੈ, ਪਹਿਲਾਂ ਤਾਂ ਮੈਨੂੰ ਹਰਜੀ ਦਾ ਮਤਲਬ ਹੀ ਦੱਸੋ। ਗੁਰਬਾਣੀ ਵਿੱਚ ਸਾਡੇ ਸ਼ਬਦ ਹੈਗਾ ਹਰਜੀ ਆਏ, ਛੱਡ ਸਿੰਘਾਸਨ ਹਰਜੀ ਆਏ। ਜਦੋਂ ਸੁਦਾਮਾ ਜੀ ਸ਼੍ਰੀ ਕ੍ਰਿਸ਼ਨ ਜੀ ਨੂੰ ਮਿਲਣ ਗਏ ਸੀ ਤਾਂ ਉਹ ਆਪਣਾ ਸਿੰਘਾਸਨ ਛੱਡ ਕੇ ਤੇ ਉਹਨਾਂ ਨੂੰ ਮਤਲਬ ਅੱਗੇ ਤੱਕ ਉਹਨਾਂ ਵੱਲ ਆਏ ਸੀ। ਤਾਂ ਉੱਥੋਂ ਦੀ ਇਹ ਨਾਮ ਮੇਰੇ ਦਾਦੀ ਜੀ ਨੇ ਲਿਆ ਹੈਗਾ। ਨਾਈਸ, ਵੈਰੀ ਨਾਈਸ। ਸੋ ਧਾਰਮਿਕ ਮਾਹੌਲ ਨਾ ਕਰਦੇ ਹੋਏ, ਕਿਉਂਕਿ ਮੇਰਾ ਬਹੁਤ ਇੰਟਰਸਟ ਰਹਿੰਦਾ ਇਹਨਾਂ ਚੀਜ਼ਾਂ 'ਚ, ਮੈਨੂੰ ਸੀਗਾ ਕਿ ਇਹਦੇ ਰਿਲੇਟਡ ਕੋਈ ਸਵਾਲ ਪੁੱਛ ਲੈਣ, ਲੇਕਿਨ ਨਹੀਂ। ਸੋ ਮੈਮ, ਹਰਜੀ ਜੀ, ਅੱਜ ਦਾ ਜਿਹੜਾ ਸਵਾਲ ਹੈ ਜਾਂ ਅਸੀਂ ਜੋ ਲੋਕਾਂ ਨਾਲ ਗੱਲਬਾਤ ਕਰ ਰਹੇ ਹਾਂ ਉਹ ਇਸ ਟੌਪਿਕ ਤੇ ਕਰ ਰਹੇ ਹਾਂ ਕਿ ਲਾਈਫ ਦੇ ਵਿੱਚ, ਜੀਵਨ ਦੇ ਵਿੱਚ ਹੱਸਣਾ ਖੇਡਣਾ ਮੁਸਕਰਾਉਣਾ ਔਰ ਦਿਲੋਂ ਖੁਸ਼ ਰਹਿਣਾ ਕਿੰਨਾ ਕੁ ਜ਼ਰੂਰੀ ਹੈ ਅੱਜ ਕੱਲ੍ਹ, ਕਿਉਂਕਿ ਬਹੁਤ ਜਲਦੀ ਡਿਪਰੈਸ਼ਨ ਹੋ ਜਾਂਦਾ ਹੈ। ਤੁਸੀਂ ਰਿਲੇਟ ਕਰ ਸਕਦੇ ਹੋ, ਜਿਹੜੇ ਸਾਡੀ ਜਨਰੇਸ਼ਨ ਹੈ, ਵੀ ਰੀਅਲੀ ਗੈਟ ਇਰੀਟੇਟਡ ਲਾਈਕ ਵਿਦਿਨ ਮਿਨਟਸ, ਬਹੁਤ ਜਲਦੀ ਬॉयਫ੍ਰੈਂਡ ਗਰਲਫ੍ਰੈਂਡਸ ਰਿਸ਼ਤਿਆਂ ਤੋਂ ਵੀ ਬਹੁਤ ਜਲਦੀ ਭਰੋਸੇ ਉੱਠ ਜਾਂਦੇ ਆ। ਸੋ ਤੁਹਾਡਾ ਕੀ ਪੁਆਇੰਟ ਆਫ ਵਿਊ ਹੈ? ਅੱਜ ਕੱਲ੍ਹ ਮੈਮ ਇਹ ਸਾਰੀਆਂ ਚੀਜ਼ਾਂ ਜਿਵੇਂ ਇੱਦਾਂ ਬਦਲਦੀਆਂ ਨੇ ਕਿ ਤੁਹਾਨੂੰ ਪਤਾ ਹੀ ਨਹੀਂ ਚੱਲਦਾ ਕਿ ਰਿਸ਼ਤਾ ਬਦਲ ਜਾਂਦਾ, ਇਨਸਾਨ ਬਦਲ ਜਾਂਦਾ, ਬਟ ਉਹਦੇ ਵਿੱਚ ਤੁਹਾਨੂੰ ਆਪਣੇ ਆਪ ਨੂੰ ਖੁਸ਼ ਰੱਖਣ ਲਈ ਇਹ ਸਾਰੀ ਜ਼ਿੰਮੇਵਾਰੀ ਤੁਹਾਡੀ ਖੁਦ ਦੀ ਹੁੰਦੀ ਹੈ। ਤੁਸੀਂ ਕਿਸੇ ਹੋਰ ਤੋਂ ਐਕਸਪੈਕਟ ਨਹੀਂ ਕਰ ਸਕਦੇ ਕਿ ਮਤਲਬ ਇਹ ਬੰਦਾ ਜਾਂ ਇਹ ਲੋਕ ਮੈਨੂੰ ਖੁਸ਼ੀ ਦੇਣ। ਤਾਂ ਤੁਸੀਂ ਖੁਦ ਨੂੰ ਖੁਸ਼ ਰੱਖਣਾ ਤੁਹਾਡੀ ਖੁਦ ਦੀ ਜ਼ਿੰਮੇਵਾਰੀ ਹੈ। ਲੜਾਈਆਂ ਜਾਂ ਇਹੋ ਜਿਹੀ ਚੀਜ਼ਾਂ ਉਦੋਂ ਵੱਧਦੀਆਂ ਨੇ ਜਦੋਂ ਅਸੀਂ ਦੂਸਰੇ ਤੋਂ ਐਕਸਪੈਕਟ ਕਰਨਾ ਸ਼ੁਰੂ ਕਰ ਦਿੰਦੇ ਹਾਂ ਕਿ ਅਗਲਾ ਬੰਦਾ ਮੈਨੂੰ ਖੁਸ਼ ਕਰੇਗਾ ਤਾਂ ਹੀ ਮਤਲਬ ਮੈਂ ਖੁਸ਼ ਹਾਂ, ਨਹੀਂ ਤਾਂ ਫਿਰ ਮੈਂ ਉਦਾਸ ਹਾਂ। ਤਾਂ ਅਗਰ ਤੁਸੀਂ ਖੁਦ ਖੁਸ਼ ਹੋਵੋਗੇ ਤਾਂ ਓਬਵੀਅਸਲੀ ਤੁਸੀਂ ਦੂਸਰਿਆਂ ਨੂੰ ਵੀ ਖੁਸ਼ ਕਰੋਗੇ, ਤੇ ਜਿਹੜੇ ਤੁਹਾਡੇ ਨਾਲ ਹੋਣਗੇ ਉਹ ਵੀ ਤੁਹਾਡੇ ਨਾਲ ਰਹਿ ਕੇ ਹੋਰ ਜ਼ਿਆਦਾ ਖੁਸ਼ ਹੋਣਗੇ। ਕਿੰਨੀ ਸੋਹਣੀ ਜੀ ਔਰ ਕਿੰਨੀ ਖੁਸ਼ ਮਿਜ਼ਾਜ ਜੀ ਕੁੜੀ ਹੈ ਕਿ ਇਹ ਗੱਲ ਵੀ ਇੰਨੀ ਸੀਰੀਅਸ ਔਰ ਐਕਚੁਅਲੀ ਬਹੁਤ ਵਧੀਆ ਐਡਵਾਈਸ ਦਿੱਤੀ ਹੈ ਇਹਨਾਂ ਨੇ, ਲੇਕਿਨ ਉਹ ਵੀ ਇੰਨੇ ਹੱਸ ਕੇ। ਸੋ ਹਰਜੀ, ਤੁਹਾਡੀ ਲਾਈਫ ਦੇ ਵਿੱਚ ਅਗਰ ਆਪਾਂ ਗੱਲ ਕਰੀਏ, ਦੀ ਮੋਸਟ ਇੰਪੋਰਟੈਂਟ ਪਰਸਨ, ਲਾਈਕ ਦੇਖੋ ਅਸੀਂ ਹਿਊਮਨ ਨੇਚਰ ਆ, ਇਨਸਾਨ ਆ। ਤੁਸੀਂ ਕਿਹਾ ਕਿ ਐਕਸਪੈਕਟ ਨਾ ਕਰੋਗੇ ਤਾਂ ਖੁਸ਼ ਰਹੋਗੇ, ਲੇਕਿਨ ਫਿਰ ਵੀ ਦਿਲੋਂ ਕੁਛ ਨਾ ਕੁਛ ਐਕਸਪੈਕਟੇਸ਼ਨਸ ਲੱਗ ਜਾਂਦੀਆਂ ਨੇ। ਕੋਈ ਐਸਾ ਇਨਸਾਨ ਤੁਹਾਨੂੰ ਯਾਦ ਆ ਰਿਹਾ ਇਸ ਟਾਈਮ ਜਿੱਤੋਂ ਤੁਸੀਂ ਐਕਸਪੈਕਟ ਕੀਤਾ ਹੋਵੇ ਔਰ ਹਮੇਸ਼ਾ ਤੁਹਾਡੀ ਐਕਸਪੈਕਟੇਸ਼ਨਸ ਤੇ ਖਰਿਆ ਉਤਰਿਆ ਹੋਵੇ? ਜੀ ਮੈਮ, ਬਿਲਕੁਲ। ਮੈਂ ਆਪਣੇ ਪਾਪਾ ਦਾ ਨਾਮ ਲਵਾਂਗੀ ਇੱਥੇ। ਮੰਮੀ ਨਾਰਾਜ਼ ਨਾ ਹੋ ਜਾਣ। ਨਹੀਂ, ਮੰਮੀ ਤਾਂ ਚਲੋ ਦੋਸਤ ਹੁੰਦੇ ਆ ਹੈ ਨਾ, ਤਾਂ ਮੰਮੀ ਸਮਝ ਜਾਣਗੇ, ਤਾਂ ਇਸ ਕਰਕੇ ਪਾਪਾ ਦਾ ਨਾਮ ਲੈ ਲੈਂਦੀ ਆ ਕਿ ਉਹ ਹਰ ਵੇਲੇ ਜਦੋਂ ਵੀ ਮਤਲਬ ਮੈਨੂੰ ਲੱਗਿਆ ਕਿ ਇਹ ਚੀਜ਼ ਹੁਣ ਮੇਰੇ ਕੋਲੋਂ ਸੰਭਾਲੀ ਨਹੀਂ ਜਾ ਸਕਦੀ ਜਾਂ ਹੋ ਸਕਦਾ ਉਹ ਨਾਰਾਜ਼ ਹੋਣ, ਬਟ ਉਹਨਾਂ ਨੇ ਹਮੇਸ਼ਾ ਮੇਰਾ ਸਾਥ ਦਿੱਤਾ ਐਂਡ ਹਮੇਸ਼ਾ ਮੇਰੇ ਨਾਲ ਖੜੇ ਰਹੇ ਜਿੱਥੇ ਵੀ ਮਤਲਬ ਬਹੁਤ ਡਿਫਿਕਲਟ ਟਾਈਮ ਵੀ ਸੀਗਾ, ਬਟ ਸਟਿਲ ਹੀ ਵਾਸ ਦੇਅਰ ਫॉर ਮੀ ਆਲਵੇਜ਼। ਐਂਡ ਮੈਂ ਬਹੁਤ ਪ੍ਰਾਊਡ ਫੀਲ ਕਰਦੀ ਹਾਂ ਕਿ ਉਹ ਮੇਰੇ ਪਾਪਾ ਨੇ ਤੇ ਮੈਂ ਉਹਨਾਂ ਦੀ ਬੇਟੀ ਹਾਂ। ਥੈਂਕ ਯੂ ਸੋ ਮਚ ਹਰਜੀ। ਥੈਂਕ ਯੂ ਸੋ ਮਚ। ਸੋ ਬਹੁਤ ਪਿਆਰਾ ਜਿਹਾ ਮੇਰੇ ਪੇਰੈਂਟਸ ਦੀ ਉਮਰ ਦਾ, ਮੇਰੇ ਬਜ਼ੁਰਗ ਮਤਲਬ ਮੇਰੇ ਵੱਡਿਆਂ ਦੀ ਉਮਰ ਦਾ ਕਪਲ ਸਾਡੇ ਨਾਲ ਜੁੜ ਗਿਆ। ਨਮਸਕਾਰ, ਸਤਿ ਸ਼੍ਰੀ ਅਕਾਲ। ਕੀ ਹਾਲ ਚਾਲ ਸਰ?
ਸਤਿ ਸ੍ਰੀ ਅਕਾਲ ਜੀ, ਧੰਨਵਾਦ। ਕੀ ਨਾਮ ਹੈ ਤੁਹਾਡਾ? ਨਵੀਨ ਅਰੋੜਾ, ਅਸੀਂ ਸੋਲਨ ਹਿਮਾਚਲ ਤੋਂ ਆਏ ਤੇ ਤੁਹਾਡਾ ਨਾਮ? रेनू अरोड़ा ਤੇ ਪੰਜਾਬੀ ਸਮਝ ਆ ਜਾਏਗੀ ਈਜ਼ੀਲੀ? ਯਾਰ ਕੰਫਰਟ ਵੈਸੇ ਮੈਨੂੰ ਪਹਾੜੀ ਸਮਝ ਆ ਜਾਂਦੀ ਹੈ। बट आई विल स्पीक इन हिंदी ओनली। मैं हिंदी में बात करूंगी, पंजाबी नहीं बोल पाऊंगी। ਕੋਈ ਗੱਲ ਨਹੀਂ। ਸੋ ਮੈਮ ਮੇਰਾ ਸਵਾਲ ਇਹ ਹੈ ਕਿ ਅੱਜ ਕੱਲ ਦੇ ਬੱਚਿਆਂ 'ਚ ਬਹੁਤ ਗੁੱਸਾ ਬਹੁਤ ਮੇਰੇ ਤੋਂ ਵੀ ਜਿਹੜੇ ਛੋਟੇ ਆ ਜਾਂ ਗਾਂ ਹੁਣ ਜਿਵੇਂ ਸਾਡੇ ਭਾਂਜੇ ਭਤੀਜਿਆਂ ਦੀ ਗੱਲ ਕਰੀਏ ਉਹ ਤਾਂ ਬਹੁਤ ਹੀ ਜਲਦੀ ਗੁੱਸਾ ਹੋ ਜਾਂਦੇ ਆ ਨਾ, ਮਦਰਸ ਵੀ ਹੁਣ ਉਹਨਾਂ ਡਾਂਟਦੀਆਂ ਨਹੀਂ ਹੈ। ਤੇ ਅੱਜ ਕੱਲ ਦੇ ਮਾਹੌਲ ਦੇ ਵਿੱਚ ਹੱਸਣਾ ਖੁਸ਼ ਰਹਿਣਾ ਸਾਡੇ ਵਰਗੇ ਬੱਚਿਆਂ ਲਈ ਕਿੰਨਾ ਕੁ ਜ਼ਰੂਰੀ ਹੈ? ਦੇਖੋ ਜੀ, ਹੱਸਣਾ ਔਰ ਖੁਸ਼ ਰਹਿਣਾ ਤਾਂ ਬਹੁਤ ਹੀ ਜ਼ਰੂਰੀ ਹੈ। ਜਦੋਂ ਤੱਕ ਗੱਲ ਰਹੀ ਬਈ ਇਹ ਗੁੱਸਾ ਕਿਉਂ ਆ ਜਾਂਦਾ ਹੈ, ਮੇਰਾ ਇਹ ਮੰਨਣਾ ਹੈ ਕਿ ਜੋ ਸਾਡਾ ਖਾਣਾ ਪੀਣਾ ਹੈ ਉਹ ਠੀਕ ਨਹੀਂ ਹੈ। ਅਸੀਂ ਫਾਸਟ ਫੂਡ ਖਾ ਰਹੇ हैं, ਚਾਈਨੀਜ਼ ਫੂਡ ਖਾ ਰਹੇ हैं, इंस्टेंट फूड खा रहे हैं, रिएक्शन भी इंस्टेंट है। छोटे छोटे बच्चे हैं, वो इन्ने ईगोइस्टिक हो गए। ਤੁਸੀਂ ਚਾਰ ਦੋਸਤਾਂ ਦੇ ਵਿੱਚ ਆਪਣੇ ਬੱਚੇ ਨੂੰ ਗੁੱਸੇ ਹੋ ਜਾਓ, ਉਹ ਤੁਹਾਨੂੰ ਬੋਲੇਗਾ ਪਾਪਾ ਮੇਰੀ ਬੇਇੱਜ਼ਤੀ ਕਰਤੀ ਤੁਸੀਂ। ही विल गेट इरिटेटेड। तो खाना पीना ठीक नहीं है और बच्चे सारा दिन कंप्यूटर के अगे बैठे, मोबाइल पे बैठे हैं, कोई आउटिंग नहीं है, नेचर तो दूर हो गए बिल्कुल। तो ये बहुत बड़ा रीज़न है। और दूसरे की है रिश्ते बड़े साढ़े जो सी पहले वो दूर हो गए। बच्चों को ये नहीं पता चाचा चाची दादा दादी कौन है, उन्हें सुनिया ज़रूर है वो दादा दादी कित्थे रह रहे, पोता कित्थे रह रहा है। तो ये एक बहुत बड़ा रीज़न है कि जो साडा सोसाइटी का सैटअप है वो न्यूक्लियस हो गया, वाला जॉइंट फैमिली सिस्टम टूट गया। ਸੋ ਮੈਮ ਅਸੀਂ जॉइंट फैमिली सिस्टम ख़त्म हो गया है ज़्यादातर। और क्योंकि हम न्यूक्लियर फैमिलीज़ में रह रहे हैं और उसमें भी जैसे हस्बैंड वाइफ है, दे आर डूइंग जॉब्स, और बच्चे की जो है केयर करने वाला घर पर कोई भी नहीं है। उससे क्या है कि बच्चों में ना एक वो हर चीज़ का जैसे जेलसी फैक्टर ज़्यादा हो गया है, गुस्सा ज़्यादा हो गया है, और कोई शायद कमी फील करते हैं। हाँ, वो किसी चीज़ की कमी फील कर रहे हैं। एक्चुअली नोबडी इज़ देयर टू टेक केयर ऑफ़ देम एट होम। माँ बाप है वो शाम को आते हैं, थके हारे आएंगे, दे विल नॉट टेक केयर ऑफ़ देयर चाइल्ड। तो एक बच्चे के अंदर जो एक है ना, उसकी वो कुछ उसमें वो एंग्शियस है कुछ पूछने के लिए कि ऐसा क्यों है वैसा क्यों है, उसका जवाब देने वाला कोई नहीं है। तो उससे क्या है, बच्चों में एक गुस्सा आ रहा है, उसमें गुस्सा पैदा होता जा रहा है, एंड दैट इज़ वेरी डिफ़िकल्ट। मतलब बहुत मुश्किल हो जाएगा उसको कंट्रोल करना। ਸਰ ਆਖਰੀ ਸਵਾਲ ਤੁਹਾਡੇ ਤੋਂ ਇਹ ਹੋਏਗਾ ਕਿ ਅਗਰ ਰਿਸ਼ਤਿਆਂ ਦੀ ਗੱਲ ਕਰੀਏ, ਜਿਵੇਂ ਕਿ ਤੁਸੀਂ ਕਿਹਾ ਕਿ ਰਿਸ਼ਤੇ ਅਲੋਪ ਹੁੰਦੇ ਜਾ ਰਹੇ ਕਿਉਂਕਿ ਨਿਊਕਲੀਅਰ ਫੈਮਲੀਜ਼ ਹੋ ਗਈਆਂ ਨੇ, ਔਰ ਬਹੁਤ ਜਗ੍ਹਾ ਤੇ ਐਸਾ ਹੈ ਕਿ ਜਵਾਈ ਹੈ ਜਿਹੜਾ ਉਹ ਆਪਣੇ ਸੱਸ ਸਹੁਰੇ ਨੂੰ ਕੁਝ ਨਹੀਂ ਸਮਝਦਾ ਤੇ ਨੂੰਹ ਹੈ ਉਹ ਵੀ ਆਪਣੇ ਸੱਸ ਸਹੁਰੇ ਨੂੰ, ਕਿ ਬਹੁਤ ਜਗ੍ਹਾ ਹੈ ਕੁਝ ਨਹੀਂ ਸਮਝਦੇ। ਸੋ ਇਸ ਪੁਆਇੰਟ ਆਫ View ਤੇ ਤੁਸੀਂ ਅਗਰ ਆਪਣੇ ज़माने ਦੇ ਰਿਸ਼ਤਿਆਂ ਨੂੰ ਕੰਪੇਅਰ ਕਰੋ ਤਾਂ ਕਿੰਨੇ ਕੁ ਚੇਂजेस ਹੈ, ਕੀ ਹਿਸਾਬ ਕਿਤਾਬ? रीज़न ये है कि पैसे की भाग दौड़ आ गई बस। घर च जे 4 मैंबर हैंगे तो चारों को कमाना पएगा। पहले की सी एक बंदा कमा रहा, 3 घर च बैठे, एक ने किचन संभालिया, एक ने छोटे बच्चे संभाले, बाकी घर के काम काज कर रहा। हुण की है कि चारों ही लगे हैं। रीज़न चारों की गड्डी अलग है, चारों के मोबाइल अलग है, चारों के बैडरूम अलग है, खर्चे अलग अलग हो गए हैं। जे असी कमावांगे नहीं तो असी एग्जिस्ट नहीं कर सकते। तो मेरे ख्याल से जो जॉइंट फैमिली सिस्टम अगर दोबारा तो वापस आ जाए तो ज़्यादा बेटर रहेगा। ਸ਼ੁਕਰੀਆ ਸਰ, ਸ਼ੁਕਰੀਆ ਮੈਮ। ਅਗਰ ਤੁਹਾਡਾ ਨਾਮ ਕੀ ਪਹਿਲਾਂ ਇਹ ਦੱਸੋ? ਆਸ਼ਾ ਆਸ਼ਾ। ਤੇ ਤੁਹਾਡਾ? ਇਹਦਾ ਵੀ ਆਸ਼ਾ ਵਾਹ ਜੀ। ਸੋ ਆਸ਼ਾ ਸਕੁਅਰ ਲਾਈਫ ਦੇ ਵਿੱਚ ਜਿਵੇਂ ਤੁਹਾਡੀ ਜਨਰੇਸ਼ਨ ਦੀ ਗੱਲ ਕਰੀਏ, ਤੁਸੀਂ ਸਾਡੇ ਮੇਰੀ ਮਾਵਾਂ ਦੀ ਉਮਰ ਦੇ ਹੋ, ਮੇਰੀ ਵੱਡੀਆਂ ਭੈਣਾਂ ਦੀ ਉਮਰ ਦੇ ਹੋ। ਸੋ ਅਗਰ ਗੱਲ ਕਰੀਏ ਕਿ ਅੱਜ ਕੱਲ੍ਹ ਦੀ ਜਨਰੇਸ਼ਨ ਦੇ ਵਿੱਚ ਹੱਸਣਾ ਕਿੰਨਾ ਕੁ ਜ਼ਰੂਰੀ ਹੈ, ਕਿਉਂਕਿ ਤੁਹਾਡੀ ਜਨਰੇਸ਼ਨ ਦੀ ਗੱਲ ਕਰੀਏ ਤਾਂ ਕੁੜੀਆਂ ਆਪਸ 'ਚ ਖੇਡਦੀਆਂ ਸੀ, ਮਿਲਦੀਆਂ ਸੀ। ਅੱਜ ਕੱਲ੍ਹ ਦੇ ਬੱਚਿਆਂ 'ਚ ਜੈਲਸੀ ਫੈਕਟਰ ਬਹੁਤ ਜ਼ਿਆਦਾ ਹੋ ਗਿਆ। ਨਹੀਂ, ਜ਼ਰੂਰੀ ਤਾਂ ਬਹੁਤ ਵਾ ਖੇਲਣਾ ਬੱਚਿਆਂ ਲਈ, ਹੱਸਣਾ ਖੇਡਣਾ ਸਭ ਕੁਝ ਹੀ, ਪਰ ਉਹ ਹੈਗਾ ਗੇਮਸ 'ਚ ਜ਼ਿਆਦਾ ਉਹ ਖੁਸ਼ ਰਹਿੰਦੇ ਹੈ ਨਾ। ਕੀ ਲੱਗਦਾ ਮੈਮ ਕੀ ਵਜ੍ਹਾ ਹੈ ਕਿ ਅੱਜ ਕੱਲ੍ਹ ਬੱਚੇ ਜਾਂ ਅਸੀਂ ਸਾਰੇ ਬਹੁਤ ਚਿੜਚਿੜੇ ਹੋ ਗਏ? ਮੋਬਾਈਲ ਦੇ ਨਾਲ। ਫੋਨ, ਕੰਪਿਊਟਰ, ਵਾਈਫਾਈ। ਹਾਂ, ਹਾਂਜੀ ਹਾਂਜੀ, ਠੀਕ। ਥੈਂਕ ਯੂ ਸੋ ਮਚ। ਕੀ ਨਾਮ ਹੈ ਤੁਹਾਡਾ? ਮਨਜੋਤ ਸਿੰਘ। ਤੁਹਾਡਾ? ਹਰਵਿੰਦਰ ਸਿੰਘ। ਸੋ ਮਨਜੋਤ ਐਂਡ ਹਰਵਿੰਦਰ, ਮੈਂ ਹੁਣ ਤੱਕ ਸਾਡੀ ਮਤਲਬ ਸਾਡੇ ਤੋਂ ਅਪ ਵਾਲੀ ਜਨਰੇਸ਼ਨ ਨਾਲ ਗੱਲਬਾਤ ਕਰ ਰਹੀ ਸੀ। ਤੁਸੀਂ ਮੇਰੀ ਜਨਰੇਸ਼ਨ ਦੇ ਜਾਂ ਮੇਰੇ ਆਸ-ਪਾਸ ਦੀ ਜਨਰੇਸ਼ਨ ਦੇ ਹੀ ਜੁੜੇ ਹੋ ਮੇਰੇ ਨਾਲ। ਸੋ ਅਸੀਂ ਅੱਜ ਕੱਲ੍ਹ ਬਹੁਤ ਫਰਸਟ੍ਰੇਟ ਰਹਿੰਦੇ ਹਾਂ, ਇਰੀਟੇਟ ਹੋ ਜਾਂਦੇ ਹਾਂ, ਗੁੱਸਾ ਬਹੁਤ ਹੈ ਸਾਡੀ ਜਨਰੇਸ਼ਨ ਦੇ ਵਿੱਚ। ਸਾਡੇ ਵਰਗੇ ਬੱਚਿਆਂ ਲਈ ਸਾਡੇ ਯੂਥ ਲਈ ਹੱਸਣਾ ਔਰ ਮੁਸਕਰਾਉਣਾ ਕਿੰਨਾ ਕੁ ਜ਼ਰੂਰੀ ਹੈ? ਬਹੁਤ ਜ਼ਰੂਰੀ ਹੈ ਮੁਸਕਰਾਉਣਾ ਤੇ। ਔਰ ਕੀ ਲੱਗਦਾ ਕਿ ਅਸੀਂ ਇੰਨੇ ਫਰਸਟ੍ਰੇਟਡ ਕਿਉਂ ਰਹਿੰਦੇ ਹਾਂ, ਕੀ ਵਜ੍ਹਾ ਹੋ ਸਕਦੀ ਹੈ ਮੇਨ? ਵੈਸੇ ਹੀ ਕੁਛ ਮੋਬਾਈਲ ਕਰਕੇ, ਮੋਬਾਈਲ ਚਲਾਉਣ ਕਰਕੇ ਆ।
ਜਿਵੇਂ ਆਪਾਂ ਮੋਬਾਈਲ ਚਲਾਉਂਦੇ ਰਹਿੰਦੇ ਆ ਜਿਵੇਂ ਆਪਾਂ ਮੋਬਾਈਲ ਚਲਾਉਂਦੇ ਰਹਿੰਦੇ ਆ ਫਿਰ ਹਰ ਟਾਈਮ ਮੋਬਾਈਲ 'ਚ ਹੀ ਵੜੇ ਰਹਿੰਦੇ ਆ, ਬਾਹਰ ਦੀ ਦੁਨੀਆਦਾਰੀ ਨਹੀਂ ਦੇਖਦੇ। ਆ ਵੀ ਦੇਖਣੀ ਚਾਹੀਦੀ ਹੈ ਬਾਹਰ ਦੀ ਦੁਨੀਆਦਾਰੀ। ਬਾਹਰ ਕਿਤੇ ਚੰਡੀਗੜ੍ਹ ਹੀ ਆ ਸਿਰਫ। ਤੂੰ ਬਾਹਰ ਜਾ ਰਿਹਾ ਤੂੰ ਕੈਨੇਡਾ ਜਾਵਾਂਗੇ ਨਾ ਫਿਰ। ਅੱਛਾ, ਕੈਨੇਡਾ ਦੀ ਬਹੁਤ ਸਾਡੇ ਪੰਜਾਬੀਆਂ ਨੂੰ ਇੰਨੇ ਕਿਉਂ ਖਿੱਚਿਆ, ਪਹਿਲਾਂ ਤਾਂ ਮੈਨੂੰ ਇਹ ਦੱਸੋ। ਟੌਪਿਕ ਤੋਂ ਅਲੱਗ ਆ ਲੇਕਿਨ ਫਿਰ ਵੀ ਤੁਸੀਂ ਕੈਨੇਡਾ ਦਾ ਨਾਮ ਲਿੱਤਾ, ਸਾਡੇ ਪੰਜਾਬੀਆਂ ਨੂੰ ਖਾਸ ਤੌਰ ਤੇ ਕੈਨੇਡਾ ਦੀ ਇੰਨੀ ਕੀ ਖਿੱਚ ਹੈ? ਬਸ ਜੇ ਵੇਖੋ ਵੇਖੀ ਜਾਈ ਜਾਂਦੇ ਕੈਨੇਡਾ ਵੀ ਉੱਥੇ ਦਾ ਵਿਊ ਵਧੀਆ ਹੈ, ਪਰ ਸਟੱਡੀ ਲਾਈਫ ਸਟਾਈਲ ਸਟੱਡੀ ਸਭ ਕੁਝ ਵਧੀਆ। ਥੈਂਕ ਯੂ ਸੋ ਮਚ। ਕੀ ਨਾਮ ਹੈ ਸਰ ਤੁਹਾਡਾ? मेरा नाम अमित है। ਅਮਿਤ ਜੀ, ਮੇਰਾ ਅੱਜ ਦਾ ਸਵਾਲ ਇਹ ਹੈ ਕਿ ਲਾਈਫ ਦੇ ਵਿੱਚ ਹੱਸਣਾ, ਖੁਸ਼ ਰਹਿਣਾ, ਮੁਸਕਰਾਉਣਾ ਕਿੰਨਾ ਕੁ ਜ਼ਰੂਰੀ ਹੈ? हंसना मुस्कुराना दोनों अलग अलग चीज़ें हैं और खुश ਦਿਲ ਸੇ ਹਾਂ, ਮਤਲਬ ਸਾਰਾ ਕੁਝ ਹੀ, ਮਤਲਬ ਇੱਕ ਦਿਲੋਂ ਜਿਹੜਾ ਖੁਸ਼ੀ ਹੁੰਦੀ ਹੈ, ਪੀਸ ਹੁੰਦੀ ਹੈ, ਉਹ ਕਿੰਨੀ ਕੁ ਜ਼ਰੂਰੀ ਹੈ ਲਾਈਫ ਦੇ ਵਿੱਚ? ज़रूरी है जी, वो तो बिना है कि, लेकिन उस ज़रूरत को पूरा करने के लिए आपको त्याग करना पड़ेगा। एक उपनिषद का सूत्र है, तेन तक तेन भुंजिता, यानी त्याग पूर्वक भोगो। आप अगर कुछ त्याग करेंगे तो आपको पीस मिलेगी, आप अंदर भीतरी प्रसन्न रह सकते हैं। और अगर आप मुस्कुराना चाहते हैं तो आपको दुनिया की जो बोलचाल की कला है उसमें से मुस्कुराहट के पल चुराने पड़ेंगे, अन्यथा आप मुस्कुरा भी नहीं सकते हो। और आपको अगर हंसना है तो आपको अपने आप को किसी भी परिस्थिति में इस चीज़ के लिए हमेशा प्रेरित रखना पड़ेगा कि आपको मुस्कुराहट बांटनी है और दूसरों को भी प्रसन्न करना है। ਅੱਛਾ, ਤੁਹਾਡੇ ਇਸ ਜੋ ਤੁਸੀਂ ਜਵਾਬ ਦਿੱਤਾ, ਮੈਨੂੰ ਬਹੁਤ ਸੁਣ ਕੇ ਖੁਸ਼ੀ ਹੋਈ ਕਿ ਬਹੁਤ ਸੋਹਣਾ ਜਵਾਬ ਤੁਸੀਂ ਦਿੱਤਾ ਹੈ। ਉਹਦੇ ਵਿੱਚੋਂ ਕ੍ਰੂਕਸ ਮੈਂ ਇਹ ਕੱਢਿਆ ਕਿ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਕਿ ਸਾਨੂੰ ਹਰ ਤਰ੍ਹਾਂ ਦੀ ਸਿਚੁਏਸ਼ਨ ਲਈ ਐਡਜਸਟੇਬਲ ਹੋਣਾ ਪਏਗਾ, ਤਾਂ ਹੀ ਅਸੀਂ ਖੁਸ਼ ਰਹਿ ਪਾਵਾਂਗੇ। ਅਗਰ ਹਰ ਚੀਜ਼ 'ਚ ਕਮੀਆਂ ਕੱਢਦੇ ਰਵਾਂਗੇ ਫਿਰ ਨਹੀਂ ਪੋਸੀਬਲ। ਲੇਕਿਨ ਅਗਰ ਅੱਜ ਕੱਲ੍ਹ ਦੀ ਜਨਰੇਸ਼ਨ ਦੀ ਗੱਲ ਕਰੀਏ, ਮੈਂ ਤੁਹਾਡੇ 'ਚ ਉਮਰ 'ਚ ਛੋਟੀ ਹੋਊਂਗੀ, ਜੋ ਤੁਹਾਡੇ 'ਚ ਉਮਰ 'ਚ ਛੋਟੇ ਹੈ, ਉਹਨਾਂ ਦੀ ਅਗਰ ਮੈਂ ਗੱਲ ਕਰਾਂ, ਅਸੀਂ ਬਹੁਤ ਜ਼ਿਆਦਾ ਐਕਸਪੈਕਟ ਕਰਦੇ ਹਾਂ ਦੂਸਰਿਆਂ ਤੋਂ। ਔਰ ਕੀ ਇਹੀ ਵਜ੍ਹਾ ਹੈ ਕਿ ਅੱਜ ਕੱਲ੍ਹ ਦੇ ਬੱਚੇ ਆ ਤੁਹਾਡੇ ਤੋਂ ਜੋ ਛੋਟੇ ਨੇ ਉਹ ਜ਼ਿਆਦਾ ਇਰੀਟੇਟਡ ਜਾਂ ਫਰਸਟ੍ਰੇਟਡ ਰਹਿੰਦੇ ਨੇ? ਅੱਜ ਕੱਲ ਜਿਹੜੇ ਬੱਚੇ ਨੇ ਨਾ ਸਟ੍ਰੈਸ ਜਲਦੀ ਲੈ ਲੈਂਦੇ ਨੇ, ਬਹੁਤ ਜ਼ਿਆਦਾ ਜਲਦੀ ਖੁਸ਼ ਹੋਣਾ ਚਾਹੁੰਦੇ ਨੇ, ਉਹ ਤੋਂ ਬਾਅਦ ਜੇ ਖੁਸ਼ ਨਹੀਂ ਰਹਿ ਪਾਉਂਦੇ ਤਾਂ ਸਟ੍ਰੈਸ ਵੀ ਬਹੁਤ ਜਲਦੀ ਲੈ ਲੈਂਦੇ ਨੇ। ਕਾਰਨ ਕੀ ਹੈ ਕਿ ਐਕਸਪੈਕਟੇਸ਼ਨ ਹਰ ਰਿਲੇਸ਼ਨਸ਼ਿਪ 'ਚ ਐਕਸਪੈਕਟੇਸ਼ਨ ਹੈ, ਬਹੁਤ ਜ਼ਿਆਦਾ ਐਕਸਪੈਕਟੇਸ਼ਨ ਹੈ। ਪਹਿਲੀ ਗੱਲ ਕਿ ਵਿਵੇਕ ਨਹੀਂ ਹੈ, ਨਾ ਉੱਚੀ ਸੋਚ ਹੈ, ਨਾ ਕੋਈ ਤਜਰਬਾ ਹੈ। ਬਹੁਤ ਜਲਦੀ ਰਿਲੇਸ਼ਨਸ਼ਿਪ ਵਿੱਚ ਜਾਂਦੇ ਨੇ ਤੇ ਬਹੁਤ ਜਲਦੀ ਫਿਰ ਜਦੋਂ ਟੁੱਟਦੀ ਹੈ ਜਾਂ ਧੋਖਾ ਖਾਉਂਦੇ ਨੇ ਫਿਰ स्ट्रेस लेते हैं, क्योंकि ना तो इमोशंस को संभालना आ रहा है, ना इमोशंस को जीवन में ऊंचा करना आ रहा है, ना ही बुद्धिमत्ता इतनी प्रखरता से बढ़ा पा रहे हैं, ना तो माता पिता के साथ कनेक्ट है। माता पिता का जो जनरेशन था उससे अब अपने आप को समझने लग गए हैं कि हमें बहुत कुछ आ रहा है, जबकि आपके पास आसपास जो भी है ना वो बहुत ज़्यादा गति से जा रहा है और बच्चों की जो मैच्योरिटी लेवल है वो इतना नहीं है कि वो आसपास के जितने षड्यंत्र हैं उनको पकड़ सके। तो समाज में जो भी चल रहा है उसके लिए बच्चों को प्रेरित करना माता पिता का भी काम है, शिक्षकों का भी काम है, और बच्चों के लिए भी बहुत सारा आप देखिए कि इंटरनेट के ऊपर बहुत सब सामान उपलब्ध है, अच्छा बुरा दोनों, पुस्तकें अच्छी बुरी दोनों हैं, संग और कुसंग दोनों आपके लिए तैयार हैं। अच्छी संगत बैठ के संगी बदले रूप, ज्यों कर मिलकर आम से मीठी होती धूप। अगर आम की तरह मीठा होना है तो आपको पहले तपना पड़ेगा, थोड़ा सा धूप के साथ संसर्ग करना पड़ेगा। अगर आप कर सकते हैं, अपने आप को तैयार कर सकते हैं तो आप मीठे हो सकते हैं। यानी आपको मीठे बनने के लिए, मुस्कुराने के लिए आपको भीतर से तटस्थ होना पड़ेगा, आपको भीतर से एकत्व लाना पड़ेगा, आपको भीतर कुछ अर्जित करना पड़ेगा, कुछ ज्ञान होगा आपके पास, तभी किसी परिस्थिति में जहां आपको क्रोध करना है वहां भी आप सामान्यता मुस्कुरा करके बात को टाल सकते हैं। ਤੁਹਾਡੇ ਨਾਲ ਗੱਲ ਕਰਕੇ ਮੈਨੂੰ ਪਰਸਨਲੀ ਬਹੁਤ ਵਧੀਆ ਲੱਗ ਰਿਹਾ ਹੈ। ਮੈਨੂੰ ਲੱਗ ਰਿਹਾ ਕਿ ਤੁਸੀਂ ਬੁੱਕਸ ਵਗੈਰਾ ਕਾਫੀ ਪੜ੍ਹਦੇ ਹੋ, ਸ਼ਾਇਦ ਪੜ੍ਹਦੇ ਹੋ। ਸੋ ਕਿਹੜੀ ਬੁੱਕਸ ਅਗਰ ਮੈਂ ਜਾਣਨਾ ਚਾਹਾਂ, ਇਹ ਮੈਨੂੰ ਪਤਾ ਟੌਪਿਕ ਤੋਂ ਹਟ ਗਏ ਆਪਾਂ, ਲੇਕਿਨ ਫਿਰ ਵੀ ਮੈਂ ਜ਼ਰੂਰ ਜਾਣਨਾ ਚਾਹੂੰਗੀ ਕਿਸ ਤਰ੍ਹਾਂ ਦੀ ਬੁੱਕਸ ਤੁਸੀਂ ਪੜ੍ਹਦੇ ਹੋ। ਮੈਂ ਬੇਸਿਕਲੀ ਮੋਟੀਵੇਸ਼ਨਲ ਸਟੱਫ ਜ਼ਿਆਦਾ ਪੜ੍ਹਦਾ ਤੇ ਨਾਲੇ ਮੈਂ ਗੁਰਬਾਣੀ ਨੂੰ ਵੀ ਫੋਲੋ ਕਰਦਾ ਤੇ ਮੈਂ ਰਾਮਚਰਿਤ ਮਾਨਸ ਨੂੰ ਵੀ ਫੋਲੋ ਕਰਦਾ। ਗੀਤਾ, ਸ਼੍ਰੀਮਦ ਭਗਵਦ ਗੀਤਾ ਆਪਣੇ ਆਪ 'ਚ ਇੱਕ ਅਨੁਪਮ ਗ੍ਰੰਥ ਹੈ, ਜੇ ਤੁਸੀਂ ਉਹਨੂੰ ਪੜ੍ਹ ਸਕੋ। ਗੀਤਾ ਗ੍ਰੰਥ ਹੈ ਬੁੱਧੀ ਦਾ, ਜਿਹਨੂੰ ਬੁੱਧੀ ਜਿਹਦੀ ਹੈ ਉਹ ਪੜ੍ਹੇ ਤਾਂ ਉਹਨੂੰ ਸਮਝ ਕੇ ਜੀਵਨ ਦੇ ਪ੍ਰਤੇਕ ਪੱਖ ਨੂੰ ਅੱਛੀ ਤਰ੍ਹਾਂ ਜੀ ਸਕਦਾ ਹੈ। ਜੇ ਤੁਸੀਂ ਸ਼ਰਧਾ ਨਾਲ ਜਾਣਾ ਚਾਹੁੰਦੇ ਹੋ ਤਾਂ ਆਪਣਾ ਗੁਰੂ ਗ੍ਰੰਥ ਸਾਹਿਬ ਪੜ੍ਹ ਲਓ। ਉਹਦੀ ਕੁਝ ਪੰਕਤੀਆਂ ਹੀ ਬਹੁਤ ਨੇ, कुछ ही पंक्तियां बहुत ने, जितना स्थित धर्म क्षमा के संगा, धर्म क्रोध कर होत विभंगा। भाई क्षमा करोगे तो धर्म आपका स्थित रहेगा और क्रोध करने से धर्म भंग हो जाएगा। तो क्षमा करने की कला जब आप विकसित कर लोगे तो आप प्रसन्न रहना, ऑटोमेटिकली आप प्रसन्न रहोगे। और धर्म क्या है, वो धर्म स्थित धर्म क्षमा के संगा, यानी धर्म जो तत्व है उसको समझ आप
समझ पाएंगे तो जीवन में फिर हंसना मुस्कुराना ये तो जीवन का हिस्सा बन जाएंगे। ਸ਼ੁਕਰੀਆ, ਬਹੁਤ ਬਹੁਤ ਸ਼ੁਕਰੀਆ ਜੀ। थैंक यू वेरी मच। ਸੋ ਇਹ ਸੀ ਜੀ ਅੱਜ ਦਾ ਐਪੀਸੋਡ ਇੱਕ ਨਵੇਂ ਟੌਪਿਕ ਦੇ ਉੱਤੇ ਕਿ ਲਾਈਫ ਦੇ ਵਿੱਚ ਹੱਸਣਾ ਕਿੰਨਾ ਕੁ ਜ਼ਰੂਰੀ ਹੈ, ਔਰ ਖਾਸ ਤੌਰ ਤੇ ਸਾਡੀ ਜਨਰੇਸ਼ਨ ਲਈ ਜੋ ਕਿ ਮੇਰਾ ਮੰਨਣਾ ਹੈ ਕਿ ਬਹੁਤ ਜ਼ਿਆਦਾ ਫਰਸਟ੍ਰੇਟਡ ਰਹਿਣ ਲੱਗ ਗਈ ਹੈ, ਬਹੁਤ ਜ਼ਿਆਦਾ ਇਰੀਟੇਟਡ ਰਹਿਣ ਲੱਗ ਗਈ ਹੈ। ਮੈਂ ਪਰਸਨਲੀ ਦੇਖਿਆ ਆਪਣੇ ਇੰਨੇ ਹੁਣ ਤੱਕ ਦੇ ਐਕਸਪੀਰੀਅੰਸ ਤੋਂ ਕਿ ਅਸੀਂ ਰਿਸ਼ਤਿਆਂ ਤੋਂ ਵੀ ਸਾਡਾ ਜਿਹੜਾ ਭਰੋਸਾ ਟੁੱਟਦਾ ਜਾ ਰਿਹਾ ਹੈ। ਉਹਦੀ ਵਜ੍ਹਾ ਇਹ ਹੋ ਸਕਦੀ ਹੈ ਕਿ ਜਿਵੇਂ ਇੱਕ ਕੁੜੀ ਨੇ ਸਾਡੇ ਅੱਜ ਦੇ ਐਪੀਸੋਡ ਦੇ ਵਿੱਚ ਕਿਹਾ ਕਿ ਐਕਸਪੈਕਟੇਸ਼ਨਸ, ਅਸੀਂ ਪਤਾ ਨਹੀਂ ਸ਼ਾਇਦ ਇਮੋਸ਼ਨਲੀ ਇੰਨੇ ਜ਼ਿਆਦਾ ਵੀਕ ਹੋ ਚੁੱਕੇ ਹਾਂ, ਕਿਉਂਕਿ ਅਗਰ ਸਾਡੇ ਪੇਰੈਂਟਸ ਦੀ ਗੱਲ ਕੀਤੀ ਜਾਵੇ ਤਾਂ ਉਹ ਬਹੁਤ ਸਟਰੋਂਗ ਸੀ। ਸਾਡੇ ਫਾਦਰ ਸਾਹਿਬ, ਸਾਡੇ ਮਦਰ, ਦਾਦਾ ਦਾਦੀ, ਇਹ ਪ੍ਰੈਕਟੀਕਲੀ ਬੜੇ ਸਟਰੋਂਗ ਸੀ, ਮਦਰਸ ਬੜੀਆਂ ਸਟਰੋਂਗ ਸੀ। ਔਰ ਹੋ ਸਕਦਾ ਹੈ ਕਿ ਐਕਸਪੈਕਟੇਸ਼ਨਸ ਹੀ ਇਹਦੀ ਇੱਕ ਜੜ ਹੈ ਕਿ ਅਸੀਂ ਸਾਡੀ ਜਨਰੇਸ਼ਨ ਹੈ ਜਿਹੜੀ ਬੜੀ ਉਦਾਸ ਜੀ ਰਹਿਣ ਲੱਗੀ, ਬੜੀ ਇਰੀਟੇਟਡ ਰਹਿਣ ਲੱਗ ਗਈ ਹੈ। ਸਾਰਿਆਂ ਦੀ ਮੈਂ ਗੱਲ ਨਹੀਂ ਕਰ ਰਹੀ, ਲੇਕਿਨ ਵਿੱਚ ਜਿਹੜੇ ਵਾਕਈ ਡਿਪਰੈਸਿੰਗ ਰਹਿ ਰਹੇ ਨੇ, ਇਰੀਟੇਟਡ ਰਹਿ ਰਹੇ ਨੇ, ਉਹਨਾਂ ਬਾਰੇ ਅੱਜ ਦੀ ਗੱਲਬਾਤ ਸੀ। ਔਰ ਲਾਈਫ ਦੇ ਵਿੱਚ ਸਭ ਜਿਵੇਂ ਕਿ ਸਭ ਨੇ ਆਪਣੇ ਓਪੀਨੀਅਨ ਦੱਸੇ ਕਿ ਹੱਸਣਾ ਬਹੁਤ ਜ਼ਰੂਰੀ ਹੈ। ਡਿਜੀਟਲਾਈਜੇਸ਼ਨ ਨੂੰ ਭੁੱਲ ਕੇ, ਅਗਰ ਆਪਣੇ ਮੋਬਾਈਲਸ ਐਂਡ ਲੈਪਟਾਪਸ ਨੂੰ ਭੁੱਲ ਕੇ ਅਗਰ ਅਸੀਂ ਆਊਟਡੋਰ ਜਾ ਕੇ ਆਪਣੇ ਰਿਸ਼ਤਿਆਂ ਦੇ ਨਾਲ ਜ਼ਿਆਦਾ ਸਮਾਂ ਬਿਤਾਈਏ, ਲੰਬਾ ਸਮਾਂ ਬਿਤਾਈਏ, ਤੇ ਹੋ ਸਕਦਾ ਹੈ ਕਿ ਜੋ ਅਸੀਂ ਲੈਕ ਕਰ ਰਹੇ ਹਾਂ ਲਾਈਫ ਦੇ ਵਿੱਚ ਉਹ ਦੁਬਾਰਾ ਸਾਨੂੰ ਮਿਲ ਜਾਏ। ਸੋ ਅੱਜ ਦੇ ਐਪੀਸੋਡ ਦੇ ਵਿੱਚ ਇੰਨਾ ਹੀ। ਉਮੀਦ ਕਰਦੀ ਹਾਂ ਕਿ ਤੁਹਾਨੂੰ ਪਸੰਦ ਆਇਆ ਹੋਵੇਗਾ। ਦੇਖਦੇ ਰਹੋ ਸਾਂਝਾ ਟੀਵੀ। ਸਤਿ ਸ਼੍ਰੀ ਅਕਾਲ।